ਪਿਆਰੇ ਵਿਦਿਆਰਥੀਓ, ਤੁਹਾਡਾ ਸਭ ਦਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਹੈ। ਬੇਟੇ, ਅੱਜ ਅਸੀਂ ਕਰਾਂਗੇ ਵਿਸਰਾਮ ਚਿੰਨ੍ਹ। ਬੇਟੇ, ਸਭ ਤੋਂ ਪਹਿਲਾਂ ਅਸੀਂ ਪੜ੍ਹਾਂਗੇ ਵਿਸਰਾਮ ਚਿੰਨ੍ਹ ਦੀ ਪਰਿਭਾਸ਼ਾ। ਵਿਸਰਾਮ ਦਾ ਅਰਥ ਹੈ ਠਹਿਰਾਓ ਜਾਂ ਰੁਕਣਾ। ਇਸ ਲਈ ਵਿਸਰਾਮ ਚਿੰਨ੍ਹ ਉਹਨਾਂ ਨੂੰ ਆਖਦੇ ਹਨ ਜੋ ਵਾਕਾਂ ਵਿੱਚ ਠਹਿਰਾਵਾਂ ਨੂੰ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ। ਜਿਵੇਂ ਜੀ ਆਇਆਂ ਨੂੰ, ਧੰਨ ਭਾਗ ਜੇ ਤੁਸੀਂ ਪਧਾਰੇ। ਗੁਰੂ ਜੀ ਨੇ ਕਿਹਾ, ਭਗਤੋ ਰੋਟੀ ਖਾ ਲਓ। ਬੱਚੇ ਕੁੱਤੇ ਨੂੰ ਇੱਟਾਂ ਵੱਟੇ ਮਾਰਨ ਲੱਗੇ। ਬੇਟੇ, ਲਿਖਤ ਵਿੱਚ ਵਿਸਰਾਮ ਵਿਖਾਉਣ ਲਈ ਜਿਨ੍ਹਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਵਿਸਰਾਮ ਚਿੰਨ੍ਹ ਆਖਦੇ ਹਨ। ਪੰਜਾਬੀ ਵਿੱਚ 13 ਵਿਸਰਾਮ ਚਿੰਨ੍ਹ ਹਨ। ਡੰਡੀ ਜਾਂ ਪੂਰਨ ਵਿਸਰਾਮ ਚਿੰਨ੍ਹ, ਕਾਮਾ ਜਾਂ ਅਲਪ ਵਿਸਰਾਮ, ਪ੍ਰਸ਼ਨ ਚਿੰਨ੍ਹ, ਵਿਸਮਿਕ ਚਿੰਨ੍ਹ, ਦੋਬਿੰਦੀ, ਡੈਸ਼, ਦੋਬਿੰਦੀ ਡੈਸ਼, ਜੋੜਨੀ, ਛੁੱਟ ਮਰੋੜੀ, ਬਿੰਦੀ, ਅਰਧ ਵਿਸਰਾਮ ਚਿੰਨ੍ਹ ਜਾਂ ਬਿੰਦੀ ਵਾਲਾ ਕਾਮਾ। ਬੇਟੇ, ਹੁਣ ਅਸੀਂ ਇਹਨਾਂ ਵਿਸਰਾਮ ਚਿੰਨ੍ਹਾਂ ਦੇ ਬਾਰੇ ਵਿਸਥਾਰ ਵਿੱਚ ਪੜ੍ਹਾਂਗੇ ਕਿ ਇਹਨਾਂ ਚਿੰਨ੍ਹਾਂ ਦੀ ਵਰਤੋਂ ਅਸੀਂ ਕਦੋਂ ਕਦੋਂ ਕਰਦੇ ਹਾਂ। ਸਭ ਤੋਂ ਪਹਿਲਾਂ ਡੰਡੀ ਜਾਂ ਪੂਰਨ ਵਿਸਰਾਮ ਚਿੰਨ੍ਹ। ਇਹ ਚਿੰਨ੍ਹ ਵਾਕ ਦੇ ਮੁੱਕਣ 'ਤੇ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਇਹ ਵਾਕ ਦੇ ਅੰਤ ਵਿੱਚ ਲੱਗਦਾ ਹੈ। ਜਦੋਂ ਸਾਡਾ ਵਾਕ ਖਤਮ ਹੋ ਜਾਂਦਾ ਹੈ, ਕੋਈ ਅਸੀਂ ਵਾਕ ਲਿਖਦੇ ਹਾਂ ਤਾਂ ਵਾਕ ਦੇ ਪੂਰਾ ਹੋਣ 'ਤੇ ਅੰਤ ਵਿੱਚ ਡੰਡੀ ਲਗਾਈ ਜਾਂਦੀ ਹੈ। ਜਿਵੇਂ ਬੱਚਿਆਂ ਨੇ ਕੰਮ ਮੁਕਾ ਲਿਆ ਹੈ। ਸਕੂਲ ਦੀ ਘੰਟੀ ਵੱਜ ਚੁੱਕੀ ਹੈ। ਦੂਸਰਾ ਵਿਸਰਾਮ ਚਿੰਨ੍ਹ ਹੈ ਕਾਮਾ ਜਾਂ ਅਲਪ ਵਿਸਰਾਮ। ਇਸ ਚਿੰਨ੍ਹ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਅਸੀਂ ਕਿਸੇ ਵਾਕ ਦੇ ਵਿੱਚ ਥੋੜ੍ਹਾ ਠਹਿਰਾਓ ਦੇਣਾ ਹੋਵੇ। ਜਿਸ ਵੇਲੇ ਵਾਕ ਵਿੱਚ ਥੋੜ੍ਹਾ ਠਹਿਰਾਓ ਆਵੇ ਤਾਂ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਉਸ ਕੋਲ 2 ਕਮੀਜ਼ਾਂ, 4 ਪੈਂਟਾਂ ਅਤੇ 3 ਸਵੈਟਰ ਹਨ। ਮੈਂ ਬਾਜ਼ਾਰੋਂ ਸੇਬ, ਕੇਲੇ, ਅਨਾਨਾਸ ਅਤੇ ਅਮਰੂਦ ਲੈ ਕੇ ਆਈ। ਤੀਸਰਾ ਵਿਸਰਾਮ ਚਿੰਨ੍ਹ ਹੈ ਪ੍ਰਸ਼ਨ ਚਿੰਨ੍ਹ। ਬੇਟੇ, ਪ੍ਰਸ਼ਨ ਚਿੰਨ੍ਹ ਵੀ ਵਾਕ ਦੇ ਅੰਤ ਵਿੱਚ ਲਗਾਇਆ ਜਾਂਦਾ ਹੈ, ਪਰ ਇਸ ਵਾਕ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾਂਦਾ ਹੈ। ਜਿਵੇਂ ਤੁਸੀਂ ਕਦੋਂ ਆਏ? ਤੁਹਾਡੇ ਪਿਤਾ ਜੀ ਦਾ ਕੀ ਨਾਂ ਹੈ? ਚੌਥਾ ਵਿਸਮਿਕ ਚਿੰਨ੍ਹ। ਖੁਸ਼ੀ, ਗਮੀ, ਹੈਰਾਨੀ, ਇੱਛਾ ਆਦਿ ਦੇ ਭਾਵਾਂ ਨੂੰ ਪ੍ਰਗਟ ਕਰਨ ਵੇਲੇ ਵਿਸਮਿਕ ਚਿੰਨ੍ਹ ਵਰਤਿਆ ਜਾਂਦਾ ਹੈ। ਜਿਵੇਂ ਹੈਂ, ਤੁਸੀਂ ਮੈਚ ਹਾਰ ਗਏ? ਉਫ਼, ਅੱਜ ਬਹੁਤ ਗਰਮੀ ਹੈ। ਤਾਂ ਜਿਨ੍ਹਾਂ ਵਾਕਾਂ ਦੇ ਵਿੱਚ ਅਸੀਂ ਖੁਸ਼ੀ, ਗਮੀ, ਹੈਰਾਨੀ ਆਦਿ ਦੇ ਭਾਵ ਪ੍ਰਗਟ ਕਰਦੇ ਹਾਂ ਉਹਨਾਂ ਵਿੱਚ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਵਾਂ ਹੈ ਦੋਬਿੰਦੀ, ਜਦੋਂ ਅਸੀਂ 2 ਬਿੰਦੀਆਂ ਪਾਉਂਦੇ ਹਾਂ। ਜਦੋਂ ਕਿਸੇ ਸ਼ਬਦ ਦੇ ਸਾਰੇ ਅੱਖਰ ਨਾ ਲਿਖੇ ਜਾਣ, ਸਗੋਂ ਸੰਕੇਤ ਮਾਤਰ ਜਾਂ ਘੱਟ ਲਿਖੇ ਜਾਣ ਤਾਂ ਦੋਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਗੌਰਮੈਂਟ ਪ੍ਰਾਇਮਰੀ ਸਕੂਲ, ਪਰ ਅਸੀਂ ਗੌਰਮੈਂਟ ਪ੍ਰਾਇਮਰੀ ਸਕੂਲ ਪੂਰਾ ਨਾਂ ਲਿਖ ਕੇ ਗੱਗੇ ਦੇ ਕਨੌੜਾ ਪਾ ਕੇ 2 ਬਿੰਦੀਆਂ ਪਾ ਦਿੰਦੇ ਹਾਂ। ਇਸ ਤਰ੍ਹਾਂ ਹੀ ਸਰੀਰ ਦੇ
ਕਈ ਅੰਗ ਹਨ। ਦੋਬਿੰਦੀ, ਅੱਖਾਂ, ਕੰਨ, ਮੂੰਹ, ਨੱਕ ਆਦਿ। 6ਵਾਂ ਹੈ ਡੈਸ਼। ਜਦੋਂ ਕਿਸੇ ਵਾਰਤਾਲਾਪ ਨੂੰ ਬਿਆਨ ਕਰਨਾ ਹੋਵੇ ਜਾਂ ਗੱਲ ਲਿਖਦੇ ਸਮੇਂ ਸ਼ਬਦ ਦਾ ਵਿਸਥਾਰ ਦੇਣਾ ਹੋਵੇ ਤਾਂ ਡੈਸ਼ ਦੀ ਵਰਤੋਂ ਹੁੰਦੀ ਹੈ। ਜਿਵੇਂ ਗੁਰਮੀਤ, ਤੂੰ ਕਿਸ ਗੱਲੋਂ ਲੜਦਾ ਹੈ? ਜਾਂ ਇੱਥੋਂ ਚਲਾ ਜਾ। ਸਰਦੀਆਂ ਦੇ ਮਹੀਨੇ ਦਸੰਬਰ, ਜਨਵਰੀ ਬੜੇ ਛੋਟੇ ਲੱਗਦੇ ਹਨ। 7ਵਾਂ ਹੈ ਦੋਬਿੰਦੀ ਡੈਸ਼। ਚੀਜ਼ਾਂ ਦਾ ਵੇਰਵਾ ਦੇਣ ਲਈ ਇਸ ਚਿੰਨ੍ਹ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ ਨਾਂਵ ਦੀਆਂ 5 ਕਿਸਮਾਂ ਹਨ। ਦੋਬਿੰਦੀ ਡੈਸ਼, ਆਮ ਨਾਮ, ਖਾਸ ਨਾਮ ਆਦਿ। ਬਾਜ਼ਾਰੋਂ ਇਹ ਚੀਜ਼ਾਂ ਲੈ ਆਓ। ਦੋਬਿੰਦੀ ਡੈਸ਼, ਦਾਲਾਂ, ਚੌਲ, ਆਟਾ, ਮੱਖਣ ਆਦਿ। 8ਵਾਂ ਹੈ ਜੋੜਨੀ। ਇਸ ਚਿੰਨ੍ਹ ਦੀ ਵਰਤੋਂ ਸਮਾਸੀ ਸ਼ਬਦਾਂ ਲਈ ਕੀਤੀ ਜਾਂਦੀ ਹੈ ਅਤੇ ਇਸ ਦੀ ਲੰਬਾਈ ਡੈਸ਼ ਨਾਲੋਂ ਘੱਟ ਹੁੰਦੀ ਹੈ। ਆਪਾਂ ਪਹਿਲਾਂ ਬੇਟੇ ਪੜ੍ਹਿਆ 6ਵਾਂ ਪੁਆਇੰਟ ਸੀ ਆਪਣਾ ਡੈਸ਼। ਤਾਂ ਡੈਸ਼ ਦੀ ਜਿਹੜੀ ਲੰਬਾਈ ਆ ਉਹ ਥੋੜ੍ਹੀ ਵੱਡੀ ਹੁੰਦੀ ਹੈ ਅਤੇ ਡੈਸ਼ ਦੇ ਨਾਲੋਂ ਜੋੜਨੀ ਆ ਜਿਹੜੀ ਉਹ ਛੋਟੀ ਪਾਈ ਜਾਂਦੀ ਹੈ। ਜਿਵੇਂ ਇਸ ਦੀ ਵਰਤੋਂ ਸਮਾਸੀ ਸ਼ਬਦਾਂ ਵਿੱਚ ਕੀਤੀ ਜਾਂਦੀ ਹੈ। ਜਿਵੇਂ ਦੇਸ਼ ਭਗਤ, ਨੇਤਰਦਾਨ। 9ਵਾਂ ਹੈ ਛੁੱਟ ਮਰੋੜੀ। ਜਦੋਂ ਕਿਸੇ ਸ਼ਬਦ ਦਾ ਅੱਖਰ ਛੱਡ ਕੇ ਉਸ ਨੂੰ ਸੰਖੇਪ ਰੂਪ ਵਿੱਚ ਵਰਤਿਆ ਜਾਣਾ ਹੋਵੇ ਤਾਂ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕੱਠ। ਹੁਣ ਕੱਕੇ ਕੱਠ ਦੇ ਮੂਹਰੇ ਅਸੀਂ ਛੁੱਟ ਮਰੋੜੀ ਕੌਮਾ ਪਾ ਦਿੱਤਾ, ਪੂਰਾ ਸ਼ਬਦ ਨਾ ਲਿਖ ਕੇ। ਮਤਲਬ ਪੂਰਾ ਸ਼ਬਦ ਹੈ ਇਕੱਠ, ਪਰ ਅਸੀਂ ਪੂਰਾ ਨਾ ਲਿਖ ਕੇ ਉਹਨੂੰ ਸੰਖੇਪ ਵਿੱਚ ਲਿਖ ਰਹੇ ਹਾਂ। ਕੱਠ ਵਿੱਚ ਹੀ ਬਰਕਤ ਹੈ। ਇਸੇ ਤਰ੍ਹਾਂ ਉਹ ਹਮੇਸ਼ਾ ਸਮੇਂ 'ਤੇ ਸ਼ਬਦ ਦੇ ਮੂਹਰੇ ਅਸੀਂ ਛੁੱਟ ਮਰੋੜੀ ਕੌਮਾ ਪਾ ਦਿੱਤਾ, ਇਹਦਾ ਮਤਲਬ ਹੈ ਉੱਤੇ। ਉਹ ਹਮੇਸ਼ਾ ਸਮੇਂ 'ਤੇ ਆਉਂਦਾ ਹੈ, ਪਰ ਅਸੀਂ ਪੂਰਾ ਸ਼ਬਦ ਨਾ ਲਿਖ ਕੇ ਛੱਡੇ ਹੋਏ ਅੱਖਰ ਦੀ ਥਾਂ 'ਤੇ ਛੁੱਟ ਮਰੋੜੀ ਕੌਮੇ ਦੀ ਵਰਤੋਂ ਕਰਦੇ ਹਾਂ। 10ਵਾਂ ਹੈ ਬਿੰਦੀ। ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣਾ ਹੋਵੇ ਜਾਂ ਅੰਕਾਂ ਨੂੰ ਦਰਸਾਉਣਾ ਹੋਵੇ ਤਾਂ ਬਿੰਦੀ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਅਸੀਂ ਅੰਕ ਲਿਖਦੇ ਹਾਂ 1 2 3 ਤਾਂ ਅਸੀਂ ਬਿੰਦੀ ਦੀ ਵਰਤੋਂ ਕਰਦੇ ਹਾਂ। ਅਤੇ ਜਾਂ ਫਿਰ ਅਸੀਂ ਸ਼ਬਦਾਂ ਨੂੰ ਸੰਖੇਪ ਵਿੱਚ ਲਿਖਣਾ ਹੋਵੇ, ਠੀਕ ਹੈ, ਜਿਵੇਂ MA, ਠੀਕ ਹੈ, M ਪਾ ਕੇ ਬਿੰਦੀ, A ਪਾ ਕੇ ਬਿੰਦੀ। ਇੱਦਾਂ ਹੀ ਅਸੀਂ ਕਈ ਵਾਰ ਸਰਦਾਰ ਪੂਰਾ ਨਾ ਲਿਖ ਕੇ ਸੱਸਾ ਪਾ ਕੇ ਬਿੰਦੀ ਪਾ ਦਿੰਦੇ ਹਾਂ। 11ਵਾਂ ਅਰਧ ਵਿਸਰਾਮ ਚਿੰਨ੍ਹ ਜਾਂ ਬਿੰਦੀ ਵਾਲਾ ਕੌਮਾ। ਜਦੋਂ ਕਿਸੇ ਵਾਕ ਵਿੱਚ ਅੱਧੇ ਨਾਲੋਂ ਜ਼ਿਆਦਾ ਅਤੇ ਪੂਰੇ ਨਾਲੋਂ ਘੱਟ ਠਹਿਰਾਓ ਹੋਵੇ ਤਾਂ ਅਰਧ ਵਿਸਰਾਮ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਹੌਲੀ ਚੱਲੋ, ਅੱਗੋਂ ਗੱਡੀ ਆ ਰਹੀ ਹੈ। ਮੋਹਨ ਦਾ ਪਿਤਾ ਵਕੀਲ ਹੈ, ਮਾਤਾ ਅਧਿਆਪਕ ਹੈ। ਬੇਟੇ ਇਸ ਚਿੰਨ੍ਹ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਇੱਕ ਤੁਹਾਨੂੰ ਦੱਸਿਆ ਸੀਗਾ ਕਿ ਪੂਰਨ ਵਿਸਰਾਮ, ਜਦੋਂ ਸਾਡਾ ਵਾਕ ਪੂਰਾ ਖਤਮ ਹੋ ਜਾਂਦਾ ਅਸੀਂ ਡੰਡੀ ਲਗਾਉਂਦੇ ਹਾਂ। ਕਾਮੇ ਦੀ ਵਰਤੋਂ ਜਦੋਂ ਥੋੜ੍ਹਾ ਠਹਿਰਾਓ ਦੇਣਾ ਹੋਵੇ, ਪਰ ਅਰਧ ਵਿਸਰਾਮ ਚਿੰਨ੍ਹ ਦੀ ਵਰਤੋਂ ਜਦੋਂ ਵਾਕ ਦੇ ਵਿੱਚ ਅੱਧੇ ਨਾਲੋਂ ਜ਼ਿਆਦਾ ਅਤੇ ਪੂਰੇ ਨਾਲੋਂ ਘੱਟ ਠਹਿਰਾਓ ਹੋਵੇ ਤਾਂ ਇਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। 12ਵਾਂ ਹੈ ਪੁੱਠੇ ਕਾਮੇ। ਜਦੋਂ ਵਾਕ ਵਿਚਲੇ ਕਿਸੇ ਸ਼ਬਦ ਵੱਲ ਵਿਸ਼ੇਸ਼ ਧਿਆਨ ਦਿਵਾਉਣਾ ਹੋਵੇ ਤਾਂ ਇਕਹਰੇ ਕਾਮੇ ਵਰਤੇ ਜਾਂਦੇ ਹਨ ਅਤੇ ਜਦੋਂ ਕਿਸੇ ਗੱਲ ਨੂੰ ਜਿਉਂ ਦਾ ਤਿਉਂ ਦੱਸਣਾ ਹੋਵੇ, ਭਾਵ ਕਿਸੇ ਦੀ ਕਹੀ ਗੱਲ ਨੂੰ ਅਸੀਂ ਕਿਸੇ ਹੋਰ ਨੂੰ ਦੱਸਣਾ, ਤਾਂ ਦੋਹਰੇ ਪੁੱਠੇ ਕਾਮੇ ਲਗਾਏ ਜਾਂਦੇ ਹਨ। ਜਿਵੇਂ ਇਸ ਕਵਿਤਾ ਦਾ ਸਿਰਲੇਖ ਹੈ ਦੇਸ਼ ਪਿਆਰ।
ਬੇਟੇ ਇਸ ਵਾਕ ਦੇ ਵਿੱਚ ਅਸੀਂ ਇਕਹਿਰੇ ਪੁੱਠੇ ਕਾਮੇ ਦੀ ਵਰਤੋਂ ਕੀਤੀ ਹੈ। ਦੂਸਰਾ ਵਾਕ ਹੈ, ਪਿਓ ਨੇ ਸਮਝਾਇਆ ਪੁੱਤਰ ਬੁਰੀ ਸੰਗਤ ਨਾ ਕਰੀ। ਅਤੇ ਇਸ ਵਾਕ ਦੇ ਵਿੱਚ ਅਸੀਂ ਦੂਹਰੇ ਪੁੱਠੇ ਕਾਮੇ ਲਗਾਏ ਹਨ। ਹਾਂਜੀ ਬੇਟੇ, ਹੁਣ ਸਾਡਾ ਆਖਰੀ ਅਤੇ 13ਵਾਂ ਵਿਸਰਾਮ ਚਿੰਨ੍ਹ ਹੈ ਕਮਾਨੀਆਂ, ਭਾਵ ਬ੍ਰੈਕਟ। ਜਦੋਂ ਵਾਕ ਵਿੱਚ ਕਿਸੇ ਸ਼ਬਦ ਦੇ ਭਾਵ ਸਪਸ਼ਟ ਕਰਨੇ ਹੋਣ ਤਾਂ ਕਮਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਦਾ ਜਨਮ ਰਾਏ ਭੋਏ ਦੀ ਤਲਵੰਡੀ ਪਾਕਿਸਤਾਨ ਵਿਖੇ ਹੋਇਆ। ਮੇਰੇ ਕਹਿਣ ਦਾ ਮੰਤਵ ਉਦੇਸ਼ ਹੈ ਕਿ ਤੁਸੀਂ ਬਹੁਤ ਚਲਾਕ ਹੋ।